ਗੁੱਡ ਮਾਰਨਿੰਗ ਸਟੂਡੈਂਟਸ। ਹਾਂਜੀ ਬੇਟਾ, ਅੱਜ ਆਪਾਂ ਜਿਹੜਾ ਕੱਲ ਫਸਟ ਯੂਨਿਟ ਕਰ ਲਿਆ ਸੀਗਾ, ਉਹਦੇ 'ਚ ਇੱਕ ਟੌਪਿਕ ਆਪਣਾ ਬਾਕੀ ਰਹਿ ਗਿਆ ਸੀਗਾ। ਉਮੀਦ ਕਰਦਾ ਤੁਹਾਨੂੰ ਕੱਲ ਵਾਲਾ ਜਿਹੜਾ ਕੰਮ ਸੀ ਉਹ ਸਮਝ ਆ ਗਿਆ ਹੋਣਾ ਸਾਰਾ। ਜੇਕਰ ਤੁਹਾਨੂੰ ਕਦੇ ਕੰਮ ਸਮਝਣ 'ਚ ਕੋਈ ਪ੍ਰੋਬਲਮ ਆਉਂਦੀ ਹੈ, ਸਮਝ ਨਹੀਂ ਆਉਂਦਾ, ਜਾਂ ਕੋਈ ਭੇਜਿਆ ਜੋ ਭੇਜਿਆ ਉਹ 'ਚ ਸਮਝ ਨਹੀਂ ਆਉਂਦਾ, ਤੁਸੀਂ ਮੈਨੂੰ ਫੋਨ ਕਰ ਲਿਆ ਕਰੋ, ਠੀਕ ਹੈ? ਮੈਸੇਜ ਕਰ ਲਿਆ ਕਰੋ, ਫੋਨ ਕਰ ਲਿਆ ਕਰੋ। ਤੇ ਆਪਣਾ ਇੱਕ ਟੌਪਿਕ ਕੱਲ ਰਹਿ ਗਿਆ ਸੀ, ਉਹਦਾ ਨਾਮ ਹੈਗਾ ਲਿਮਿਟੇਸ਼ਨਸ ਆਫ ਡਾਇਮੈਂਸ਼ਨ ਐਨਾਲਿਸਿਸ। ਹੁਣ ਜਿਹੜਾ ਆਪਾਂ ਪਾਰਟ ਇਹ ਲੈਸਨ ਪੜ੍ਹਿਆ, ਪਿਛਲਾ ਯੂਨਿਟ ਪੜ੍ਹਿਆ, ਉਹ 'ਚ ਡਾਇਮੈਂਸ਼ਨ ਦੀ ਗੱਲ ਹੋ ਰਹੀ ਹੈ। ਡਾਇਮੈਂਸ਼ਨ ਦੀ ਸਹਾਇਤਾ ਨਾਲ ਆਪਾਂ ਕੱਲ ਤਿੰਨ ਯੂਜ਼ ਕੀਤੇ ਸੀਗੇ। ਇੱਕ ਇਕੁਏਸ਼ਨ ਨੂੰ ਐਸਟੈਬਲਿਸ਼ ਕਰਨਾ, ਇੱਕ ਚੈੱਕ ਕਰਨਾ ਇਕੁਏਸ਼ਨ ਨੂੰ, ਇੱਕ ਆਪਾਂ ਇੱਕ ਯੂਨਿਟ ਨੂੰ ਦੂਜੀ ਯੂਨਿਟ ਦੇ ਵਿੱਚ ਕਨਵਰਟ ਕਰਨਾ, ਕਨਵਰਟ ਵਨ ਸਿਸਟਮ ਆਫ ਯੂਨਿਟ ਟੂ ਅਨਦਰ ਯੂਨਿਟ ਸਿਸਟਮ। ਤਾਂ ਉਹਦੇ ਵਿੱਚ ਆਪਣੇ ਕੋਲ ਜਿਹੜਾ ਇਹ ਤਰੀਕਾ ਹੈ ਡਾਇਮੈਂਸ਼ਨ ਐਨਾਲਿਸਿਸ ਦਾ, ਇਹਦੇ ਵਿੱਚ ਕੁਝ ਕਮੀਆਂ ਨੇ। ਉਹਨਾਂ ਕਮੀਆਂ ਦੀ ਆਪਾਂ ਗੱਲ ਕਰਦੇ ਹਾਂ, ਜਿਹਦੇ ਕਰਕੇ ਇਹਨੂੰ ਕਈ ਥਾਵਾਂ ਤੇ ਇਹਨੂੰ ਅਸੀਂ ਵਰਤ ਨਹੀਂ ਸਕਦੇ। ਕਿਹੜੀਆਂ ਕਿਹੜੀਆਂ ਕਮੀਆਂ ਨੇ? ਨੰਬਰ 1, this method does not give us any information about the dimensionless constants। ਕਿਵੇਂ? ਕੱਲ ਜੇ ਤੁਹਾਨੂੰ ਯਾਦ ਹੋਵੇ ਆਪਾਂ ਨੇ ਕਿਵੇਂ ਇਕੁਏਸ਼ਨ ਕੀਤੀ ਸੀ, ਚੈੱਕ ਕੀਤਾ ਸੀ, t ਬਰਾਬਰ ਹੈ 2 ਪਾਈ √L/g। ਹੁਣ ਇਹਦੇ ਵਿੱਚ ਆਪਾਂ ਨੇ ਇਸ ਚੀਜ਼ ਦਾ ਕੋਈ ਡਾਇਮੈਂਸ਼ਨਲ ਫਾਰਮੂਲਾ ਨਹੀਂ ਲਿਖਿਆ, 2 ਪਾਈ ਨੂੰ ਆਪਾਂ ਨੇ ਛੱਡਤਾ, ਠੀਕ ਹੈ? ਤਾਂ ਜਾਂ ਇੱਥੇ 2 ਪਾਈ ਲੱਗਿਆ ਹੁੰਦਾ ਜਾਂ ਕੁਝ ਹੋਰ ਵੀ ਲੱਗਿਆ ਹੋਵੇ, ਕੋਈ ਕਨਸਟੈਂਟ ਲੱਗਿਆ ਹੈ, ਉਹਦੀ ਕੋਈ ਵੈਲਿਊ ਨਹੀਂ ਹੈਗੀ। ਤਾਂ ਇਹ ਜਿਹੜਾ ਸਿਸਟਮ ਹੈ, ਇਹੋ ਜਿਹੇ ਜਿਹੜੇ ਡਾਇਮੈਂਸ਼ਨਲੈਸ ਕਨਸਟੈਂਟ ਨੇ ਉਹਨਾਂ ਦੇ ਬਾਰੇ ਸਾਨੂੰ ਕੋਈ ਇਨਫੋਰਮੇਸ਼ਨ ਨਹੀਂ ਦਿੰਦਾ ਵੀ ਇਹਨੂੰ ਆਪਾਂ ਕੀ ਕਰਨਾ ਹੈ ਕੀ ਨਹੀਂ ਕਰਨਾ, ਬਸ ਇਹ 'ਚ ਆਪਾਂ ਛੱਡ ਦਿੰਦੇ ਹਾਂ। ਇਹਦੀ ਪਹਿਲੀ ਲਿਮਿਟੇਸ਼ਨ ਹੈ। ਦੂਜਾ ਹੈਗਾ ਇਫ ਦਾ ਕੁਆਂਟੀਟੀ ਡਿਪੈਂਡ ਅਪਨ ਮੋਰ ਦੈਨ 3 ਫੈਕਟਰ। ਹੁਣ ਜਿਹੜਾ ਆਪਾਂ ਨੇ ਥਰਡ ਯੂਜ਼ ਕੀਤਾ ਸੀ ਟੂ ਡਰਾਈਵ ਫਿਜ਼ੀਕਲ ਇਕੁਏਸ਼ਨ, ਉਹ 'ਚ ਆਪਾਂ ਕੀ ਕੀਤਾ ਸੀ, ਜੇ ਤੁਹਾਨੂੰ ਯਾਦ ਹੋਵੇ, t ਟਾਈਮ ਪੀਰੀਅਡ ਡਾਇਰੈਕਟਲੀ ਪ੍ਰੋਪੋਰਸ਼ਨਲ ਟੂ ਮਾਸ ਲੈਂਥ ਤੇ ਐਕਸਲਰੇਸ਼ਨ ਡਿਊ ਟੂ ਗ੍ਰੈਵਿਟੀ, ਇਹਦੀ ਪਾਵਰ a b c। ਇਹ ਤਿੰਨ ਚੀਜ਼ਾਂ ਤੇ ਡਿਪੈਂਡ ਕਰਦਾ ਹੈ। ਜੇ ਇੱਕ ਚੌਥੀ ਹੋ ਜਾਂਦੀ, ਮੰਨ ਲਓ ਕੋਈ ਹੋਰ ਚੀਜ਼ ਹੋ ਜਾਂਦੀ, ਚੌਥੀ ਹੋ ਜਾਂਦੀ, ਕੋਈ ਮੰਨ ਲਓ ਵੈਲੋਸਿਟੀ ਹੋ ਜਾਂਦੀ, ਤਾਂ ਜੇ ਇਹ ਤਿੰਨ ਤੋਂ ਵੱਧ ਜਾਣ ਤਾਂ ਇਹ ਫਾਰਮੂਲਾ ਕੰਮ ਨਹੀਂ ਕਰੂਗਾ। ਜੇਕਰ ਇਹ ਜਿਹਦੇ ਇੱਕ ਚੀਜ਼ ਤਿੰਨ ਦੇ ਉੱਪਰ ਡਿਪੈਂਡ ਕਰਦੀ ਹੈ ਤਾਂ ਠੀਕ ਹੈ, ਤਿੰਨ ਤੇ ਡਿਪੈਂਡ ਕਰਦੀ ਹੈ, ਦੋ ਤੇ ਡਿਪੈਂਡ ਕਰਦੀ ਹੈ ਤਾਂ ਕੋਈ ਗੱਲ ਨਹੀਂ। ਪਰ ਜੇ ਤਿੰਨ ਤੋਂ ਵੱਧ ਤੇ ਡਿਪੈਂਡ ਕਰਦੀ ਹੈ, ਫਿਰ ਆਪਾਂ ਫਾਰਮੂਲਾ ਵਰਤ ਨਹੀਂ ਸਕਦੇ। ਹੁਣ ਕਿਉਂ ਨਹੀਂ ਵਰਤ ਸਕਦੇ? ਕਿਉਂਕਿ ਇਹ 'ਚ ਇੱਕ ਮੈਥ ਦਾ ਨਿਯਮ ਅੜ ਜਾਂਦਾ ਹੈ। ਕਿਉਂਕਿ ਕੋਈ ਜੇ ਆਪਾਂ ਡਾਇਮੈਂਸ਼ਨ ਫਾਰਮੂਲਾ ਲਿਖਦੇ ਹਾਂ, ਉਹ ਡਾਇਮੈਂਸ਼ਨ ਫਾਰਮੂਲੇ 'ਚ ਕੋਲ ਤਿੰਨ ਚੀਜ਼ਾਂ ਹੁੰਦੀਆਂ ਨੇ, M L T, ਤਿੰਨ ਚੀਜ਼ਾਂ ਹੁੰਦੀਆਂ ਨੇ। ਇਹਨਾਂ ਦੇ ਉੱਪਰ ਕੋਈ ਪਾਵਰ ਹੁੰਦੀ ਹੈ A B C 1 2 3 ਜੋ ਮਰਜ਼ੀ ਹੁੰਦੀ ਹੈ। ਤਾਂ ਸਾਡੇ ਕੱਲ੍ਹ ਜੇ ਤੁਹਾਨੂੰ ਯਾਦ ਹੋਵੇ, ਆਪਾਂ ਤਿੰਨ ਇਕੁਏਸ਼ਨਾਂ ਬਣਾਈਆਂ ਸੀ, 0 ਬਰਾਬਰ ਹੈ B, 0 ਬਰਾਬਰ ਹੈ A ਪਲੱਸ C ਤੇ ਇੱਕ ਬਰਾਬਰ ਹੈ -2C। ਇਹ ਤਿੰਨ ਇਕੁਏਸ਼ਨਾਂ ਬਣਾਈਆਂ ਸੀਗੀਆਂ। ਤਾਂ ਹਰ ਵਾਰੀ ਇਹ 'ਚ ਤਿੰਨ ਇਕੁਏਸ਼ਨਾਂ ਹੀ ਬਣਨਗੀਆਂ, ਕਿਉਂਕਿ ਇਹ ਤਿੰਨ ਚੀਜ਼ਾਂ ਨੇ। ਤਿੰਨ ਨੂੰ ਕੰਪੇਅਰ ਕਰਦੇ ਹਾਂ, M ਨੂੰ M ਨਾਲ, L ਨੂੰ L ਨਾਲ, T ਨੂੰ T ਨਾਲ। ਤਾਂ ਜੇ ਤਿੰਨ ਇਕੁਏਸ਼ਨਾਂ ਨੇ ਤਾਂ ਅਸੀਂ ਤਿੰਨ ਵੈਲਿਊਜ਼ ਫਾਈਂਡ ਕਰ ਸਕਦੇ ਹਾਂ, A B C ਦੀਆਂ ਤਿੰਨ ਵੈਲਿਊਜ਼ ਫਾਈਂਡ ਕਰ ਸਕਦੇ ਹਾਂ ਆਪਾਂ। ਪਰ ਜੇ ਆਪਾਂ ਨੂੰ ਇੱਕ ਚੌਥਾ ਆ ਜਾਂਦਾ ਤਾਂ D ਦੀ ਲੋੜ ਪੈਂਦੀ। ਤਾਂ ਤਿੰਨ ਇਕੁਏਸ਼ਨਾਂ ਤੋਂ ਅਸੀਂ 4 ਵੈਲਿਊਜ਼ ਫਾਈਂਡ ਨਹੀਂ ਕਰ ਸਕਦੇ। ਇਹ ਮੈਥ ਦਾ ਇੱਕ ਰੂਲ ਹੈ ਕਿ ਜਿੰਨੀ ਆਪਾਂ ਨੇ ਵੈਲਿਊਜ਼ ਫਾਈਂਡ ਕਰਨੀਆਂ ਨੇ, ਆਪਾਂ ਨੂੰ ਉਨੀਆਂ ਇਕੁਏਸ਼ਨਾਂ ਚਾਹੀਦੀਆਂ ਨੇ। ਜੇ 2 ਕਰਨੀਆਂ ਨੇ ਤਾਂ 2 ਇਕੁਏਸ਼ਨਾਂ ਚਾਹੀਦੀਆਂ ਨੇ, ਜੇ 3 ਕਰਨੀਆਂ ਨੇ ਤਾਂ 3 ਚਾਹੀਦੀਆਂ ਨੇ, ਜੇ 4 ਕਰਨੀਆਂ ਤਾਂ 4। ਪਰ ਆਪਣੇ ਕੋਲ ਜਦੋਂ ਵੀ ਆਪਾਂ ਡਾਇਮੈਂਸ਼ਨ ਐਨਾਲਿਸਿਸ ਆਪਾਂ ਫਾਰਮੂਲਾ ਭਰਾਂਗੇ ਤਾਂ ਆਪਣੇ ਕੋਲ ਲਾਸਟ ਤਿੰਨ ਚੀਜ਼ਾਂ ਬਚਣਗੀਆਂ, M L ਤੇ T, ਤੇ ਤਿੰਨ ਹੀ ਇਕੁਏਸ਼ਨਾਂ ਬਣਨਗੀਆਂ। ਜਿਸ ਕਰਕੇ ਆਪਾਂ ਇਹ ਫਾਰਮੂਲਾ ਸਿਰਫ ਉਦੋਂ ਤੱਕ ਵਰਤ ਸਕਦੇ ਹਾਂ ਇਕੁਏਸ਼ਨ ਡਰਾਈਵ ਕਰਨ ਦਾ, ਜੇਕਰ ਇੱਕ ਕੁਆਂਟੀਟੀ ਵੱਧ ਤੋਂ ਵੱਧ ਤਿੰਨ ਕੁਆਂਟੀਟੀਜ਼ ਤੇ ਡਿਪੈਂਡ ਕਰਦੀ ਹੈ। ਇੱਕ ਕੁਆਂਟੀਟੀ ਡਿਪੈਂਡ ਕਰਦੀ ਹੈ ਵੱਧ ਤੋਂ ਵੱਧ ਤਿੰਨ ਕੁਆਂਟੀਟੀਜ਼ ਤੇ। ਜੇ ਤਿੰਨ ਤੋਂ ਜ਼ਿਆਦਾ ਤੇ ਕਰਦੀ ਹੈ ਤਾਂ ਫਿਰ ਆਪਾਂ ਫਾਰਮੂਲਾ ਵਰਤ ਨਹੀਂ ਸਕਦੇ। ਤਾਂ ਇਹਦੀ ਸੈਕਿੰਡ ਇਹ ਲਿਮਿਟੇਸ਼ਨ ਸੀਗੀ। ਥਰਡ ਜਿਹੜੀ ਦੀ ਲਿਮਿਟੇਸ਼ਨ ਹੈ, we cannot derive the formula if it contain trigonometric function ਜਾਂ logarithm function ਜਾਂ dimensionless constant। ਐਗਜ਼ਾਮਪਲ ਦੇ ਤੌਰ ਤੇ ਕਹਿੰਦਾ, ਜੇਕਰ ਸਾਡੇ ਕੋਲੇ ਇੱਕ ਇਕੁਏਸ਼ਨ ਆ ਗਈ, ਉਹਦੇ ਵਿੱਚ ਆਪਾਂ ਨੂੰ ਕਹਿਤਾ ਕਿ ਟਾਈਮ ਪੀਰੀਅਡ ਜਿਹੜਾ ਹੈਗਾ ਉਹ ਐਂਗਲ ਤੇ ਡਿਪੈਂਡ ਕਰਦਾ, ਸਾਈਨ ਆਫ ਐਂਗਲ ਤੇ। ਹੁਣ ਮੈਂ ਇਹਦੇ ਵਿੱਚ ਇਹਦਾ ਫਾਰਮੂਲਾ ਕੀ ਲਿਖਾਂ? ਜਾਂ ਟਾਈਮ ਪੀਰੀਅਡ ਡਿਪੈਂਡ ਕਰਦਾ ਹੈ ਲੌਗਰਿਥਮ ਆਫ ਐਂਗਲ ਤੇ। ਲੌਗਰਿਥਮ ਤੁਸੀਂ ਮੈਥ ਦੇ ਵਿੱਚ ਪੜ੍ਹਿਆ ਹੋਊਗਾ, 9ਵੀਂ 10ਵੀਂ ਦੇ ਵਿੱਚ, ਸਾਈਨ ਥੀਟਾ ਕਾਸ ਥੀਟਾ ਤੁਸੀਂ 9ਵੀਂ 10ਵੀਂ ਦੇ ਵਿੱਚ ਪੜ੍ਹਿਆ ਹੈ। ਤਾਂ ਜੇਕਰ ਟਾਈਮ ਪੀਰੀਅਡ ਇਹਨਾਂ ਦੇ ਉੱਪਰ ਡਿਪੈਂਡ ਕਰਦਾ, ਵੀ ਲੌਗ ਤੇ ਡਿਪੈਂਡ ਕਰਦਾ, ਥੀਟਾ ਤੇ ਜਾਂ ਸਾਈਨ ਤੇ ਡਿਪੈਂਡ ਕਰਦਾ, ਤਾਂ ਮੈਂ ਇਹਦੇ ਉੱਪਰ ਕੀ ਡਾਇਮੈਂਸ਼ਨ ਫਾਰਮੂਲਾ ਭਰੂੰਗਾ? ਨਹੀਂ ਭਰ ਸਕਦਾ ਕੋਈ, ਠੀਕ ਹੈ ਨਾ। ਤਾਂ ਇਸ ਤਰ੍ਹਾਂ ਦੀ ਜੇਕਰ ਕੋਈ ਸਿਚੁਏਸ਼ਨ ਆ ਜਾਏ ਜਿਹਦੇ ਵਿੱਚ ਕੋਈ ਕੁਆਂਟੀਟੀ ਲੌਗ ਦੇ ਉੱਪਰ ਡਿਪੈਂਡ ਕਰਦੀ ਹੈ ਜਾਂ ਸਾਈਨ ਥੀਟਾ ਡਿਪੈਂਡ ਕਰਦੀ ਹੈ, ਜਾਂ ਜੇ ਮੈਨੂੰ ਵੈਰੀਫਾਈ ਕਰਨਾ ਹੋਵੇ, ਇਕੁਏਸ਼ਨ ਹੈ ਉਹਦੇ ਵਿੱਚ ਮੰਨ ਲਓ ਸਾਡੇ ਕੋਲ ਇਹ ਹੈ W ਬਰਾਬਰ ਹੈ
एफ एस cos थीटा, जे तुहानूं याद होवे नॉमी दा फार्मूला है, ठीक है। हुण इहनूं चैक करना अपने, तो मैं cos थीटे दा की करां, ਇਹਦਾ ਕਿਹੜਾ ਕੋਈ ਡਾਇਮੈਂਸ਼ਨਲ ਫਾਰਮੂਲਾ ਹੈਗਾ ਆਪਣੇ ਕੋਲ। ਤਾਂ ਇਸ ਤਰ੍ਹਾਂ ਦੇ ਕੇਸਿਸ ਦੇ ਵਿੱਚ ਇਹ ਜਿਹੜਾ ਮੈਥਡ ਹੈ ਉਹ ਫੇਲ ਹੋ ਜਾਂਦਾ ਹੈ, ਮਤਲਬ ਦਿਸ ਮੈਥਡ ਇਜ਼ ਫੇਲ ਵੈਨ ਦਾ ਇਕੁਏਸ਼ਨ ਇਨਵੋਲਵ ਟ੍ਰਿਗਨੋਮੈਟ੍ਰਿਕ ਫੰਕਸ਼ਨ ਜਾਂ ਲੋਗਰਿਥਮਿਕ ਫੰਕਸ਼ਨ ਜਾਂ ਔਰ ਕਨਸਟੈਂਟਸ। ਨੈਕਸਟ ਜਿਹੜਾ ਹੈਗਾ ਦੀ ਕਮੀ ਹੈਗੀ ਹੈ, this method of dimension can be used an exact form of relation when it consists of more than one part of any side. For example, ਕੀ ਮਤਲਬ, ਜਿਸ ਨੂੰ ਕੱਲ ਯਾਦ ਹੋਵੇ ਆਪਾਂ ਨੇ ਕੱਲ ਆ ਇਕੁਏਸ਼ਨ ਬਣਾਈ ਸੀ, ਕੱਲ ਆਪਾਂ ਨੇ ਫਾਰਮੂਲਾ ਡਰਾਈਵ ਕੀਤਾ ਸੀ T ਬਰਾਬਰ ਹੈ K √L/G, ਇਹ ਆਪਾਂ ਨੇ ਡਰਾਈਵ ਕੀਤਾ ਸੀ। ਤੇ ਤੁਹਾਨੂੰ ਮੈਂ ਇੱਕ ਚੀਜ਼, ਇੱਕ ਇਕੁਏਸ਼ਨ ਹੋਰ ਕੱਲ ਕਰਕੇ ਦਿਖਾਈ ਸੀ, V ਬਰਾਬਰ ਹੈ U + AD, ਇਹ ਕੀਤੀ ਸੀ ਪਹਿਲੇ ਦੇ ਵਿੱਚ, ਸੌਰੀ ਦੂਜੇ ਪੁਆਇੰਟ ਦੇ ਵਿੱਚ, ਕਿ ਇਹਨੂੰ ਆਪਾਂ ਚੈੱਕ ਕਰਨਾ ਵੀ ਸਹੀ ਹੈ ਜਾਂ ਨਹੀਂ ਹੈਗੀ। ਤਾਂ ਇਹਨੂੰ ਆਪਾਂ ਅਲੱਗ ਦੇਖਿਆ, ਸੱਜੇ ਪਾਸੇ 2 ਨੇ ਵਿਚਾਲੇ ਜੋੜ ਹੈ, ਤਾਂ ਇਹਨੂੰ ਆਪਾਂ ਅਲੱਗ ਦੇਖਿਆ, ਉਹਦਾ ਫਾਰਮੂਲਾ ਵੀ ਇਹਦੇ ਬਰਾਬਰ ਆਊਗਾ ਡਾਇਮੈਂਸ਼ਨ ਫਾਰਮੂਲਾ, ਤੇ ਇਹਦਾ ਵੀ ਇਹਦੇ ਬਰਾਬਰ ਆਊਗਾ। ਪਰ ਜੇ ਮੈਂ ਇਹੋ ਜਿਹੀ ਇਕੁਏਸ਼ਨ ਡਰਾਈਵ ਕਰਨੀ ਹੋਵੇ ਇਹਦੇ ਵਾਂਗੂ, ਆਹ ਫਾਰਮੂਲਾ ਲਾ ਕੇ, ਆਹ ਵਾਲਾ ਲਾ ਕੇ, ਕੀ ਮੈਂ ਡਰਾਈਵ ਕਰ ਸਕਦਾ ਇਹਨੂੰ? ਤਾਂ ਇਹ ਡਰਾਈਵ ਨਹੀਂ ਕੀਤੀ ਜਾ ਸਕਦੀ। ਇਹਦੇ ਵਿੱਚ ਤਾਂ ਹੀ ਇਹ ਇਕੁਏਸ਼ਨ ਡਰਾਈਵ ਹੋ ਸਕਦੀ ਹੈ ਜਿਹਦੇ ਵਿੱਚ ਸਾਰੀਆਂ ਕੁਆਂਟੀਟੀ ਆਪਸ ਵਿੱਚ ਮਲਟੀਪਲਾਈ ਨੇ। ਜੋੜ ਵਾਲੀ ਜਿਹੜੀ ਇਕੁਏਸ਼ਨ ਹੈ, ਜਿਸ ਵਿੱਚ ਜੋੜ ਹੋਵੇ ਜਾਂ ਮਾਈਨਸ ਦਾ ਨਿਸ਼ਾਨ ਹੋਵੇ, ਉਹਨੂੰ ਆਪਾਂ ਇਸ ਤਰੀਕੇ ਨਾਲ ਡਰਾਈਵ ਨਹੀਂ ਕਰ ਸਕਦੇ। ਤੇ ਇਹਦੇ ਵਿੱਚ ਵੀ ਆਪਾਂ ਚੈੱਕ ਤਾਂ ਕਰਦੇ ਹਾਂ, ਪਰ ਚੈੱਕ ਕਰਨ ਦਾ ਵੀ ਐਗਜ਼ੈਕਟ ਤਰੀਕਾ ਨਹੀਂ ਹੈਗਾ ਕਿ ਇਹਦਾ ਫਾਰਮੂਲਾ ਵੀ ਇਹਦੇ ਬਰਾਬਰ ਅਲੱਗ ਤੋਂ ਹੋਣਾ ਚਾਹੀਦਾ, ਇਹਦਾ ਡਾਇਮੈਂਸ਼ਨ ਫਾਰਮੂਲਾ ਅਲੱਗ ਤੋਂ ਇਹਦੇ ਬਰਾਬਰ ਹੋਣਾ ਚਾਹੀਦਾ। ਨਾ ਹੀ ਤੁਹਾਨੂੰ ਸਹੀ ਤਰੀਕੇ ਨਾਲ ਆਪਾਂ ਚੈੱਕ ਕਰ ਸਕਦੇ, ਨਾ ਹੀ ਆਪਾਂ ਸਹੀ ਤਰੀਕੇ ਨਾਲ ਡਰਾਈਵ ਕਰ ਸਕਦੇ ਇਸ ਮੈਥਡ ਦਾ ਡਾਇਮੈਂਸ਼ਨ ਐਨਾਲਿਸਿਸ ਦੇ ਨਾਲ। ਇਸ ਤਰ੍ਹਾਂ ਦੀ ਇਕੁਏਸ਼ਨ ਨੂੰ ਡਰਾਈਵ ਨਹੀਂ ਕੀਤਾ ਜਾ ਸਕਦਾ, ਸਿਰਫ ਤਾਂ ਹੀ ਕੀਤਾ ਜਾ ਸਕਦਾ ਜੇਕਰ ਕੁਆਂਟੀਟੀ ਨੇ ਜਿਹੜੀਆਂ ਉਹ ਮਲਟੀਪਲਾਈ 'ਚ ਨੇ, ਤਾਂ ਕਰ ਸਕਦੇ ਹਾਂ। ਜੇਕਰ ਉਹਨਾਂ ਦੇ ਵਿਚਾਲੇ ਪਲੱਸ ਜਾਂ ਮਾਈਨਸ ਦਾ ਨਿਸ਼ਾਨ ਹੈ, ਫਿਰ ਆਪਾਂ ਇਹ ਫਾਰਮੂਲਾ ਯੂਜ਼ ਨਹੀਂ ਕਰ ਸਕਦੇ। ਅਗਲਾ, ਇਟ ਗਿਵ ਅਸ ਨੋ ਇਨਫੋਰਮੇਸ਼ਨ ਵੈਦਰ ਫਿਜ਼ੀਕਲ ਕੁਆਂਟੀਟੀ ਇਜ਼ ਸਕੇਲਰ ਔਰ ਵੈਕਟਰ। ਇਹ ਤਰੀਕਾ ਸਾਨੂੰ ਇਹ ਨਹੀਂ ਦੱਸਦਾ ਹੈਗਾ ਕਿ ਜਿਹੜੀ ਫਿਜ਼ੀਕਲ ਕੁਆਂਟੀਟੀ ਆਪਾਂ ਗੱਲ ਕਰ ਰਹੇ ਹਾਂ, T L G M V, ਵੀ ਇਹ ਸਕੇਲਰ ਹੈ ਜਾਂ ਵੈਕਟਰ। ਹੁਣ ਸਕੇਲਰ ਤੇ ਵੈਕਟਰ ਕੀ ਹੁੰਦਾ, ਇਹ ਆਪਾਂ ਅੱਜ ਦੇ ਟੌਪਿਕ 'ਚ ਹੀ ਪੜਾਂਗੇ, ਸਕੇਲਰ ਕੀ ਹੁੰਦਾ ਤੇ ਵੈਕਟਰ ਕੀ ਹੁੰਦਾ। ਵੈਸੇ ਤੁਸੀਂ ਇਹ ਪੜ੍ਹਿਆ ਹੋਇਆ ਨੌਵੀਂ ਕਲਾਸ 'ਚ, ਜਿਹਨੂੰ ਆਪਾਂ ਪੰਜਾਬੀ ਦੇ ਵਿੱਚ ਸਦਿਸ਼ ਰਾਸ਼ੀਆਂ ਤੇ ਅਦਿਸ਼ ਰਾਸ਼ੀਆਂ ਕਹਿੰਦੇ ਸੀ। ਸਕੇਲਰ ਵੈਕਟਰ ਵੀ ਸ਼ਬਦ ਵਰਤਦੇ ਸੀਗੇ, ਸਦਿਸ਼ ਤੇ ਅਦਿਸ਼ ਵੀ ਵਰਤਦੇ ਸੀਗੇ। ਤੇ ਅੱਜ ਦੇ ਆਪਾਂ ਟੌਪਿਕ ਜਿਹੜਾ ਲੈਸਨ ਯੂਨਿਟ ਨੰਬਰ 2 ਸ਼ੁਰੂ ਕਰਾਂਗੇ, ਉਹਦੇ ਵਿੱਚ ਇਹ ਦੋਨੇ ਕੁਆਂਟੀਟੀਜ਼ ਆਉਣਗੀਆਂ। ਤਾਂ ਉਮੀਦ ਕਰਦਾ ਤੁਹਾਨੂੰ ਸਮਝ ਆ ਗਿਆ। 5 ਲਿਮਿਟੇਸ਼ਨ ਨੇ। ਨੰਬਰ ਪਹਿਲੀ, ਦਿਸ method does not give us any information about the dimensionless constant involving in the equation. Number 2, this method cannot be used to derive the equation when it depends upon more than 3 quantities. Number 3, this method does not use to verify the equation or establish the equation when it depends upon trigonometric function or logarithmic function. This equation does not be used, or this method does not be used to derive the equation such as composite equation. Composite equation मतलब ਜਿਹਦੇ ਵਿੱਚ ਪਲੱਸ ਜਾਂ ਮਾਈਨਸ ਦਾ ਨਿਸ਼ਾਨ ਹੋਵੇ, ਇਹਨਾਂ ਨੂੰ ਆਪਾਂ ਡਰਾਈਵ ਨਹੀਂ ਕਰ ਸਕਦੇ। ਪੰਜਵਾਂ, this method does not tell us whether a physical quantity is scalar or vector. ਨਾ ਇਹ ਨਹੀਂ ਦੱਸਦਾ ਕਿ ਕੁਆਂਟੀਟੀ ਸਕੇਲਰ ਹੈ ਜਾਂ ਵੈਕਟਰ ਹੈ। ਉਹ ਸਕੇਲਰ ਵੈਕਟਰ ਕੀ ਹੁੰਦਾ ਆਪਾਂ ਇਸ ਤੋਂ ਬਾਅਦ ਕਰਾਂਗੇ। ਹਾਂਜੀ, ਉਮੀਦ ਕਰਦਾ ਤੁਹਾਨੂੰ ਇਸ ਤੱਕ ਸਮਝ ਆ ਗਿਆ। ਇਹ ਸਾਡੇ ਕੋਲ ਕੱਲ ਦਾ ਟੌਪਿਕ ਸੀ, ਲਾਸਟ ਜਿਹੜਾ ਰਹਿ ਗਿਆ ਸੀਗਾ। ਇੰਪੋਰਟੈਂਟ ਕੁਐਸਚਨ ਹੈ ਇਹ, ਮੈਂ ਆਮ ਤੌਰ ਤੇ 5 ਨੰਬਰ ਦੇ ਵਿੱਚ ਪਾਉਣਾ ਹੁੰਦਾ ਟੈਸਟਾਂ ਦੇ ਵਿੱਚ, ਪੇਪਰਾਂ ਦੇ ਵਿੱਚ ਵੀ, ਟੈਸਟ ਦੇ ਵਿੱਚ ਵੀ। ਇਸ ਕਰਕੇ ਇਹਨੂੰ ਧਿਆਨ ਦੇ ਨਾਲ ਸਮਝ ਲੈਣਾ ਤੁਸੀਂ। ਹਾਂਜੀ, ਅੱਗੇ ਸਾਡੇ ਕੋਲ ਯੂਨਿਟ ਨੰਬਰ 2 ਆ ਗਈ ਜੀ। ਯੂਨਿਟ ਨੰਬਰ 2 ਜਿਹਦਾ ਨਾਮ ਹੈ ਕਾਈਨਾਮੈਟਿਕਸ। ਕਾਈਨਾਮੈਟਿਕਸ तेरा चैप्टर नंबर 1 ਆਪਾਂ ਸ਼ੁਰੂ ਕਰਨ ਲੱਗੇ ਹਾਂ, ਜਿਹਦਾ ਨਾਮ ਹੈ ਯੂਨੀਫਾਰਮ ਮੋਸ਼ਨ। ਹਾਂਜੀ, ਯੂਨਿਟ ਨੰਬਰ 2 ਹੈ ਜਿਹਦਾ ਨਾਮ ਹੈ ਕਾਈਨਾਮੈਟਿਕਸ, ਤੇ ਚੈਪਟਰ ਪਹਿਲਾ ਹੈਗਾ ਯੂਨੀਫਾਰਮ ਮੋਸ਼ਨ। ਹੁਣ ਕਾਈਨਾਮੈਟਿਕਸ ਕੀ ਹੁੰਦਾ ਹੈ, ਇਹਦਾ ਨਾਮ ਦਾ ਮਤਲਬ ਕੀ ਹੈ ਕਾਈਨਾਮੈਟਿਕਸ? ਇਹ ਇੱਕ ਫਿਜ਼ਿਕਸ ਦੀ ਬ੍ਰਾਂਚ ਹੈ। ਪਹਿਲੀ ਗੱਲ ਤਾਂ ਜਿਹੜਾ ਵੀ ਆਪਾਂ ਚੈਪਟਰ ਪੜਾਂਗੇ ਇਹ ਫਿਜ਼ਿਕਸ ਦੀ ਇੱਕ ਬ੍ਰਾਂਚ ਨਾਲ ਡੀਲ ਕਰਦਾ। ਉਹ ਜਿੰਨੇ ਵੀ ਚੈਪਟਰ ਨੇ
ਫਿਜ਼ਿਕਸ ਦੀ ਕਿਸੇ ਨਾ ਕਿਸੇ ਬ੍ਰਾਂਚ ਨਾਲ ਡੀਲ ਕਰਦੇ ਨੇ। ਤਾਂ ਕਾਈਨੈਮੈਟਿਕਸ ਫਿਜ਼ਿਕਸ ਦੀ ਬ੍ਰਾਂਚ ਹੈ ਜਿਹਦਾ ਸੰਬੰਧ ਬੋਡੀਜ਼ ਵਿਦ ਮੋਸ਼ਨ, ਜਿਹੜੀ ਬੋਡੀ ਮੋਸ਼ਨ ਕਰ ਰਹੀਆਂ ਨੇ ਉਹਨਾਂ ਦੇ ਮੋਸ਼ਨ ਨੂੰ ਐਕਸਪਲੇਨ ਕਰਨ ਵਾਸਤੇ, ਉਹਨਾਂ ਦੇ ਮੋਸ਼ਨ ਨੂੰ ਡਿਟਰਮਾਈਨ ਕਰਨ ਵਾਸਤੇ, ਉਹਨਾਂ ਦੇ ਮੋਸ਼ਨ 'ਚ ਜੋ ਚੀਜ਼ਾਂ ਨੂੰ ਸਾਨੂੰ ਪਤਾ ਨਹੀਂ ਲੱਗਦਾ ਉਹਨੂੰ ਡਾਇਰੈਕਟਲੀ ਜਾਂ ਇਨਡਾਇਰੈਕਟਲੀ ਫਾਈਂਡ ਕਰਨ ਵਾਸਤੇ, ਜਿਹਦੇ ਉੱਪਰ ਮੋਸ਼ਨ ਡਿਪੈਂਡ ਕਰਦਾ ਹੈ ਉਹਨਾਂ ਸਾਰੀਆਂ ਕੁਆਂਟੀਟੀਜ਼ ਨੂੰ ਡਾਇਰੈਕਟਲੀ ਜਾਂ ਇਨਡਾਇਰੈਕਟਲੀ ਫਾਈਂਡ ਕਰਨ ਵਾਸਤੇ ਕੀਤਾ ਜਾਂਦਾ ਹੈ। ਦੁਬਾਰਾ ਫਿਰ ਕਾਈਨੈਮੈਟਿਕਸ ਫਿਜ਼ਿਕਸ ਦੀ ਇੱਕ ਬ੍ਰਾਂਚ ਹੈ ਜਿਹਦਾ ਸੰਬੰਧ ਬੋਡੀਜ਼ ਇਨ ਮੋਸ਼ਨ, ਜਦੋਂ ਚੀਜ਼ਾਂ ਵਸਤੂਆਂ ਨੇ ਜਿਹੜੀਆਂ ਮੂਵ ਕਰਦੀਆਂ ਨੇ ਉਹਦੇ ਨਾਲ ਸੰਬੰਧ ਹੈ, ਤੇ ਉਹ ਮੋਸ਼ਨ ਕਿੰਨਾ ਕੁਆਂਟੀਟੀਜ਼ ਤੇ ਡਿਪੈਂਡ ਕਰਦਾ ਹੈ ਤੇ ਉਹਨਾਂ ਨੂੰ ਕਿਵੇਂ ਫਾਈਂਡ ਕਰਨਾ ਆਪਾਂ ਨੇ, ਜਾਂ ਮੋਸ਼ਨ ਨੂੰ ਕਿਸ ਤਰ੍ਹਾਂ ਡਿਸਕ੍ਰਾਈਬ ਕਰ ਸਕਦੇ ਆਪਾਂ, ਉਹਦੇ ਨਾਲ ਡੀਲ ਕਰਦਾ ਹੈ। ਤਾਂ ਪਹਿਲਾ ਇਹਦਾ ਚੈਪਟਰ ਦਾ ਨਾਮ ਹੈ ਯੂਨੀਫਾਰਮ ਮੋਸ਼ਨ, ਜਿਹਨੂੰ ਆਪਾਂ ਕਹਿੰਦੇ ਆ ਪੰਜਾਬੀ ਦੇ ਵਿੱਚ ਆਪਾਂ ਕਹਿੰਦੇ ਆ ਇੱਕ ਸਮਾਨ ਗਤੀ। 9ਵੀਂ 'ਚ ਤੁਸੀਂ ਪੜ੍ਹਿਆ ਇੱਕ ਸਮਾਨ, ਇਹ ਤੁਸੀਂ 9ਵੀਂ 'ਚ ਪੜ੍ਹਿਆ ਹੋਇਆ ਚੈਪਟਰ ਇੱਕ ਸਮਾਨ ਗਤੀ, ਠੀਕ ਹੈ। ਕੀ ਹੁੰਦਾ ਆਪਾਂ ਬਾਅਦ 'ਚ ਕਰਦੇ ਹਾਂ। ਤਾਂ ਪਹਿਲਾਂ ਕੁਝ ਜਿਹੜਾ ਪਹਿਲਾਂ ਸਭ ਤੋਂ ਪਹਿਲਾਂ ਜਿਹੜਾ ਮੋਸ਼ਨ ਨਾਲ ਸੰਬੰਧਿਤ ਦੋ ਟਰਮਾਂ ਨੇ, ਇੱਕ ਸ਼ਬਦ ਹੈਗਾ ਪਹਿਲਾਂ ਰੈਸਟ। ਹੁਣ ਇਹ ਕੀ ਚੀਜ਼ ਹੈ, ਹੁਣ ਆਪਾਂ ਕਰਦੇ ਹਾਂ ਕੀ ਕਰਦੇ ਪਈ ਘਰੇ, ਅਗਲਾ ਕਹਿੰਦੇ ਰੈਸਟ ਕਰਦਾ। ਰੈਸਟ ਮਤਲਬ ਕਿ ਉਹ ਪਏ ਹੈ ਬੈੱਡ ਦੇ ਉੱਪਰ ਆਰਾਮ ਕਰ ਰਿਹਾ ਹੈ। ਹੁਣ ਫਿਜ਼ਿਕਸ ਦੇ ਵਿੱਚ ਜਾਂ ਸਾਇੰਸ ਦੇ ਵਿੱਚ ਰੈਸਟ ਦਾ ਮਤਲਬ ਕੀ ਹੈ, ਠੀਕ ਹੈ। ਕੀ ਰੈਸਟ ਦਾ ਮਤਲਬ ਆਮ ਭਾਸ਼ਾ ਵਾਲਾ ਰੈਸਟ ਦਾ ਮਤਲਬ ਤੇ ਜੋ ਫਿਜ਼ਿਕਸ ਦਾ ਮਤਲਬ ਹੈ ਉਹ ਸੇਮ ਹੈ। ਤਾਂ ਫਿਜ਼ਿਕਸ ਦੇ ਵਿੱਚ ਇਹਦਾ ਮਤਲਬ ਇਹ ਨਹੀਂ ਹੈਗਾ। ਫਿਜ਼ਿਕਸ ਦੇ ਮਤਲਬ ਵਿੱਚ ਇਹ ਹੈਗਾ ਕਿ ਵੈਨ ਏ ਬੋਡੀ ਡਜ਼ ਨਾਟ ਚੇਂਜ ਇਟਸ ਪੋਜੀਸ਼ਨ ਵਿਦ ਰਿਸਪੈਕਟ ਟੂ ਇਟਸ ਸਰਾਊਂਡਿੰਗ ਵਿਦ ਦ ਪਾਸੇਜ ਆਫ ਟਾਈਮ, ਮਤਲਬ ਕਿ ਇੱਕ ਬੋਡੀ ਆਪਣੀ ਪੋਜੀਸ਼ਨ ਨਾ ਬਦਲੇ, ਡਜ਼ ਨਾਟ ਚੇਂਜ ਇਟਸ ਪੋਜੀਸ਼ਨ ਵਿਦ ਰਿਸਪੈਕਟ ਟੂ ਇਟਸ ਸਰਾਊਂਡਿੰਗ, ਆਪਣੇ ਆਲੇ ਦੁਆਲੇ ਦੇ ਮੁਕਾਬਲੇ ਵਿਦ ਦਾ ਪਾਸੇਜ ਆਫ ਟਾਈਮ, ਟਾਈਮ ਦੇ ਬਦਲਣ ਦੇ ਨਾਲ। ਜਿਵੇਂ ਇਹ ਬਲੈਕ ਬੋਰਡ, ਠੀਕ ਹੈ, ਇਸ ਕੰਧ ਦੇ ਮੁਕਾਬਲੇ ਕੱਲ ਵੀ ਇੰਨੀ ਦੂਰੀ ਤੇ ਸੀਗਾ, ਠੀਕ ਹੈ। ਇਹ ਬਲੈਕ ਬੋਰਡ ਜਿੱਥੇ ਕੱਲ ਸੀ ਆਪਣੀ ਦੀਵਾਰਾਂ ਦੇ ਮੁਕਾਬਲੇ, ਘਰ ਦੇ ਮੁਕਾਬਲੇ ਅੱਜ ਵੀ ਉੱਥੇ ਹੀ ਹੈ। ਤਾਂ ਇਹ ਬਲੈਕ ਬੋਰਡ ਕੀ ਹੈ, ਰੈਸਟ 'ਚ ਹੈ। ਜਿਵੇਂ ਇੱਕ ਕਾਰ ਖੜੀ ਹੈ, ਤੁਹਾਡੇ ਘਰ ਦੇ ਸਾਹਮਣੇ ਕਾਰ ਖੜੀ ਹੈ, ਸਵੇਰੇ ਕਿਸੇ ਨੇ 7 ਵਜੇ ਖੜਾਤੀ, ਰਾਤ ਦੇ 7 ਵਜੇ ਤੱਕ ਖੜੀ ਹੈ, ਤਾਂ ਸਵੇਰੇ 7 ਤੋਂ ਲੈ ਕੇ ਰਾਤ ਦੇ 7 ਵਜੇ ਤੱਕ ਕੀ ਹੈ, ਉਹ ਰੈਸਟ 'ਚ ਹੈ, ਕਿਉਂਕਿ ਉਹਦੇ ਆਲੇ ਦੁਆਲੇ ਜੋ ਘਰ ਸੀ ਉਹ ਉਵੇਂ ਦੇ ਉਵੇਂ ਨੇ। ਜਿਸ ਜਗ੍ਹਾ ਤੇ ਆਪਾਂ ਖੜਾਈ ਸੀ ਉਹਦੇ ਆਲੇ ਦੁਆਲੇ ਦੀ ਕੰਧ ਜਿੰਨੀ ਦੂਰ ਸੀ ਉਨੀ ਦੂਰ ਹੈ, ਨਾ ਉਹ ਨੇੜੇ ਹੋਈ ਨਾ ਦੂਰ ਹੋਈ, ਨਾ ਗੇਟ ਤੋਂ ਅੱਗੇ ਹੋਈ ਨਾ ਪਿੱਛੇ ਹੋਈ। ਤੈਨੂੰ ਆਪਾਂ ਕਹਾਂਗੇ ਕਿ ਜਦੋਂ ਵੀ ਕੋਈ ਚੀਜ਼ ਆਪਣੇ ਆਲੇ ਦੁਆਲੇ ਦੇ ਮੁਕਾਬਲੇ, ਆਲੇ ਦੁਆਲਾ ਸਰਾਊਂਡਿੰਗ ਵਿਦ ਰਿਸਪੈਕਟ ਟੂ ਸਰਾਊਂਡਿੰਗ ਮਤਲਬ ਆਲੇ ਦੁਆਲੇ ਦੇ ਮੁਕਾਬਲੇ, ਡਜ਼ ਨਾਟ ਚੇਂਜ ਇਟਸ ਪੋਜੀਸ਼ਨ, ਆਪਣੀ ਜਗ੍ਹਾ ਨਾ ਬਦਲੇ, ਵਿਦ ਦਾ ਪਾਸੇਜ ਆਫ ਟਾਈਮ, ਸਮਾਂ ਬਦਲ ਰਿਹਾ ਹੋਵੇ, ਪਰ ਉਹਨੂੰ ਆਪਾਂ ਬੋਲਾਂਗੇ ਕਿ ਬੋਡੀ ਇਜ਼ ਇਨ ਐਟ ਰੈਸਟ, ਬੋਡੀ ਇਜ਼ ਇਨ ਐਟ ਰੈਸਟ, ਕਿ ਬੋਡੀ ਕਾਹਦੇ ਵਿੱਚ ਹੈ, ਆਰਾਮ 'ਚ ਹੈ, ਰੈਸਟ 'ਚ ਹੈ। ਦੂਜੇ ਪਾਸੇ ਦਾ ਉਲਟ ਸ਼ਬਦ ਕੀ ਹੈ, ਗਤੀ, ਜਿਹਨੂੰ ਪੰਜਾਬੀ 'ਚ ਗਤੀ ਕਹਿੰਦੇ ਨੇ, ਅੰਗਰੇਜ਼ੀ 'ਚ ਕੀ ਕਹਿੰਦੇ ਨੇ, ਮੋਸ਼ਨ। ਹੁਣ ਇਹਦੀ ਡੈਫੀਨੇਸ਼ਨ ਜੇ ਇਹਦੀ ਪਤਾ ਲੱਗ ਗਈ ਤਾਂ ਇਹਦੀ ਤਾਂ ਪਤਾ ਲੱਗੇਗੀ ਕਿ ਬਿਲਕੁਲ ਇੱਕ ਸ਼ਬਦ ਬਦਲਣਾ ਸਿਰਫ। ਉਹ 'ਚ ਕੀ ਸੀਗਾ, when a body does not change its position with respect to its surrounding then it's called in rest। ਪਰ ਇਹਦਾ ਉਲਟ ਕੀ ਹੋਊਗਾ, when a body change its position, ਉੱਥੇ does not ਸੀਗਾ, ਇੱਥੇ ਹੋਊਗਾ when a body change its position with respect to its surrounding with the passage of time, ਸਮੇਂ ਦੇ ਬਦਲਣ ਨਾਲ ਆਪਣੀ ਪੋਜੀਸ਼ਨ ਜੇਕਰ ਬਦਲਦੀ ਹੈ ਤਾਂ ਉਹਨੂੰ ਆਪਾਂ ਕੀ ਬੋਲਾਂਗੇ, ਉਹ ਕਾਹਦੇ ਵਿੱਚ ਹੈ, ਮੋਸ਼ਨ ਦੇ ਵਿੱਚ ਹੈ। ਐਗਜ਼ਾਮਪਲ ਦੇ ਤੌਰ ਤੇ ਆਪਾਂ ਨੂੰ ਪਤਾ ਹੀ ਹੈ, ਆਪਾਂ ਬੱਸ ਦੇ ਵਿੱਚ ਬੈਠ ਕੇ ਜਾ ਰਹੇ ਹਾਂ ਤਾਂ ਆਪਾਂ ਬਾਹਰ ਦੇਖਦੇ ਹਾਂ ਜਿਹੜੇ ਦਰਖਤ ਪਹਿਲਾਂ ਆਏ ਸੀ ਉਹ ਪਿੱਛੇ ਚਲੇ ਗਏ, ਇੱਕ ਘਰ ਸੀਗਾ ਉਹ ਹੌਲੀ ਹੌਲੀ ਪਿੱਛੇ ਚਲਾ ਗਿਆ, ਆਪਣੇ ਉਹਦੀ ਦੂਰੀ ਵੱਧਦੀ ਜਾ ਰਹੀ ਹੈ, ਠੀਕ ਹੈ। ਆਪਾਂ ਬੱਸ ਸਟੈਂਡ ਤੋਂ ਚੱਲੇ ਸੀ, ਬੱਸ ਸਟੈਂਡ ਬਹੁਤ ਪਿੱਛੇ ਰਹਿ ਗਿਆ, ਉਹਦੀ ਸਾਡੇ ਤੋਂ ਦੂਰੀ ਬਦਲਦੀ ਜਾ ਰਹੀ ਹੈ। ਤਾਂ ਉਹਦੀ ਪੋਜੀਸ਼ਨ ਕੀ ਹੈ, ਬੱਸ ਦੀ ਪੋਜੀਸ਼ਨ ਲਗਾਤਾਰ ਕੀ ਹੋ ਰਹੀ ਹੈ, ਉਸ ਬੱਸ ਸਟੈਂਡ ਦੇ ਮੁਕਾਬਲੇ ਜਾਂ ਜੋ ਦਰਖਤ ਸੀ ਆਸੇ ਪਾਸੇ ਦੇ ਉਹਦੇ ਮੁਕਾਬਲੇ ਜਾਂ ਘਰ ਸੀ ਉਹਦੇ ਮੁਕਾਬਲੇ ਕੀ ਹੋ ਰਹੀ ਹੈ, ਬਦਲ ਰਹੀ ਹੈ। ਤਾਂ ਆਪਾਂ ਕੀ ਕਹਾਂਗੇ, ਕਿਹਦੇ ਵਿੱਚ ਹੈ, ਉਹ ਬੱਸ ਕਾਹਦੇ ਵਿੱਚ ਹੈ, ਇਜ਼ ਇਨ ਮੋਸ਼ਨ। ਸਮਝ ਲੱਗੀ ਗੱਲ। ਹੁਣ ਕੀ ਕੋਈ ਬੋਡੀ ਸੱਚੀ ਮੁੱਚੀ ਰੈਸਟ 'ਚ ਜਾਂ ਸੱਚੀ ਮੁੱਚੀ ਮੋਸ਼ਨ 'ਚ ਹੁੰਦੀ ਹੈ, ਜਾਂ ਕੱਲਾ ਰੈਸਟ ਜਾਂ ਕੱਲਾ ਮੋਸ਼ਨ 'ਚ ਹੁੰਦੀ ਹੈ? ਤਾਂ ਇੱਥੇ ਇੱਕ ਸ਼ਬਦ ਆਉਂਦਾ ਹੈ, ਸਟੇਟਮੈਂਟ ਆਉਂਦੀ ਹੈ, ਰੈਸਟ ਐਂਡ ਮੋਸ਼ਨ ਆਰ ਰਿਲੇਟਿਵ ਟਰਮਸ। ਇਹਦਾ ਕੀ ਮਤਲਬ ਹੈ, ਰੈਸਟ ਐਂਡ ਮੋਸ਼ਨ ਆਰ ਰਿਲੇਟਿਵ ਟਰਮਸ। ਐਗਜ਼ਾਮਪਲ ਦੇ ਤੌਰ ਤੇ ਤੁਹਾਡੀ ਕਲਾਸ 'ਚ ਮੰਨ ਲਓ 10 ਬੱਚੇ ਨੇ, 15 ਬੱਚੇ ਨੇ, ਤਾਂ ਆਪਾਂ ਕਹਿੰਦੇ ਕਿ ਫਲਾਣਾ ਬੱਚਾ ਕਲਾਸ ਦੇ ਵਿੱਚ ਲੰਬਾ ਹੈ, ਠੀਕ ਹੈ, ਜਾਂ ਫਲਾਣਾ ਬੱਚਾ ਕਲਾਸ ਦੇ ਵਿੱਚ ਕੀ ਹੈ, ਉਹਦਾ ਕੱਦ ਛੋਟਾ ਹੈ। ਤਾਂ ਇਹ ਆਪਾਂ ਕਿਵੇਂ ਪਤਾ ਕਿਵੇਂ ਲੱਗਦਾ ਵੀ ਉਹ ਲੰਬਾ ਹੈ ਜਾਂ ਛੋਟਾ ਹੈ? ਉਹਦਾ ਆਪਾਂ ਕੰਪੈਰੀਜ਼ਨ ਕਰਦੇ ਹਾਂ ਕਿ ਮੰਨ ਲਓ ਇੱਕ ਨਾਮ ਹੈ ਰਾਮ ਹੈ ਜਿਹੜਾ ਉਹ ਸ਼ਾਮ ਤੋਂ ਲੰਬਾ ਹੈ, ਮਤਲਬ ਲੰਬਾ ਕਿਹਦੋਂ ਹੈ, ਤਾਂ ਲੰਬਾ ਹੋਣ ਵਾਸਤੇ ਉਹਨੂੰ ਇੱਕ ਕੰਪੈਰੀਜ਼ਨ ਚਾਹੀਦਾ ਕਿ ਸ਼ਾਮ, ਵੀ ਉਹ ਸ਼ਾਮ ਤੋਂ ਲੰਬਾ ਹੈ।
ਜਾਂ ਸ਼ਾਮ ਹੈ ਜਿਹੜਾ ਉਹ ਰਾਮ ਤੋਂ ਕੀ ਹੈ, ਛੋਟਾ ਹੈ। ਮਤਲਬ ਜਦੋਂ ਅਸੀਂ ਰਾਮ ਨਾਲ ਕੰਪੈਰੀਜ਼ਨ ਕੀਤਾ ਤਾਂ ਉਹ ਛੋਟਾ ਹੈ, ਪਰ ਹੋ ਸਕਦਾ ਜਿਹੜਾ ਸ਼ਾਮ ਹੈ, ਠੀਕ ਹੈ, ਉਹ ਮੋਹਨ ਦੇ ਮੁਕਾਬਲੇ ਲੰਬਾ ਹੋਵੇ। ਹੋ ਸਕਦਾ ਤੁਹਾਡੀ ਕਲਾਸ 'ਚ ਇੱਕ ਮੋਹਨ ਨਾਂ ਦਾ ਮੁੰਡਾ ਹੈ, ਸ਼ਾਮ ਉਹ ਤੋਂ ਲੰਬਾ ਹੋਵੇ। ਸਮਝ ਲੱਗੀ ਮੇਰੀ ਗੱਲ? ਕਿਸੇ ਚੀਜ਼ ਦਾ ਲੰਬਾ ਹੋਣਾ ਜਾਂ ਛੋਟਾ ਹੋਣਾ ਅਸੀਂ ਉਦੋਂ ਹੀ ਕਹਿ ਸਕਦੇ ਜਦੋਂ ਉਹਨੂੰ ਕਿਸੇ ਨਾਲ ਕੰਪੇਅਰ ਕਰਾਂਗੇ। ਉਸੇ ਤਰੀਕੇ ਨਾਲ ਕੋਈ ਚੀਜ਼ ਰੈਸਟ 'ਚ ਜਾਂ ਮੋਸ਼ਨ 'ਚ ਆਪਾਂ ਕਦੋਂ ਕਹਾਂਗੇ, ਕਿਹਦੇ ਨਾਲ ਕੰਪੇਅਰ ਕਰ ਰਹੇ ਹਾਂ। ਜਿਵੇਂ ਮੈਨੂੰ ਉੱਪਰ ਐਗਜ਼ਾਮਪਲ ਕੀ ਦਿੱਤੀ ਸੀ, ਡੈਫੀਨੇਸ਼ਨ ਕੀ ਕਿਹਾ ਸੀਗਾ, ਵੈਨ ਏ ਬੋਡੀ ਡਜ਼ ਨਾਟ ਚੇਂਜ ਇਟਸ ਪੋਜੀਸ਼ਨ, ਆਪਣੀ ਜਗ੍ਹਾ ਨਾ ਬਦਲੇ ਵਿਦ ਰਿਸਪੈਕਟ ਟੂ ਸਰਾਊਂਡਿੰਗ, ਆਲੇ ਦੁਆਲੇ ਦੇ ਮੁਕਾਬਲੇ। ਹੁਣ ਸਰਾਊਂਡਿੰਗ ਕਿਹਨੂੰ ਮੰਨਦੇ ਆਪਾਂ? ਹੁਣ ਉਦਾਹਰਨ ਮੰਨੋ, ਇੱਕ ਟ੍ਰੇਨ ਚੱਲ ਰਹੀ ਹੈ, ਟ੍ਰੇਨ ਦੇ ਵਿੱਚ ਆਮਣੇ ਸਾਹਮਣੇ ਸੀਟਾਂ ਦੇ ਉੱਪਰ ਕੀ ਬੈਠੇ ਨੇ, ਪੈਸੰਜਰ ਬੈਠੇ ਨੇ, ਠੀਕ ਹੈ। ਹੁਣ ਉਹ ਟ੍ਰੇਨ ਚੱਲ ਰਹੀ ਹੈ, ਸਵੇਰ ਦੀ ਚੱਲ ਰਹੀ ਹੈ, ਟ੍ਰੇਨ ਮੋਸ਼ਨ 'ਚ ਹੈ। ਕੀ ਉਹ ਪੈਸੰਜਰ ਇੱਕ ਦੂਜੇ ਦੇ ਮੁਕਾਬਲੇ ਮੋਸ਼ਨ 'ਚ ਨੇ ਜਾਂ ਰੈਸਟ 'ਚ ਨੇ? ਹੁਣ ਸੋਚਣ ਵਾਲੀ ਗੱਲ ਹੈ। ਜੇ ਮੈਂ ਸਵੇਰ ਉਹਨਾਂ ਨੇ ਆਪਣੀ ਜਗ੍ਹਾ ਨਹੀਂ ਬਦਲੀ, ਸਵੇਰ ਦੀ ਜਿਸ ਜਗ੍ਹਾ ਤੇ ਬੈਠੇ ਸੀ ਉੱਥੇ ਹੀ ਬੈਠੇ ਨੇ, ਤਾਂ ਤੁਸੀਂ ਸੋਚ ਕੇ ਦੇਖੋ, ਪਹਿਲਾ ਪੈਸੰਜਰ ਦੂਜੇ ਦੇ ਮੁਕਾਬਲੇ, ਦੂਜਾ ਪੈਸੰਜਰ ਪਹਿਲੇ ਦੇ ਮੁਕਾਬਲੇ ਰੈਸਟ 'ਚ ਹੈ। ਉਹ ਇੱਕ ਦੂਜੇ ਦੇ ਮੁਕਾਬਲੇ ਤਾਂ ਆਪਣੀ ਜਗ੍ਹਾ ਬਦਲ ਰਹੇ, ਉਹ ਤਾਂ ਉੱਥੇ ਹੀ ਨੇ। ਉਹਨਾਂ ਦੇ ਵਿਚਾਲੇ ਦੀ ਜਗ੍ਹਾ ਵੀ ਉਹੀ ਹੈ, ਉਹਨਾਂ ਦੇ ਆਸੇ-ਪਾਸੇ ਦਾ ਜਿਹੜਾ ਟ੍ਰੇਨ ਦਾ ਡੱਬਾ ਹੈ ਉਹ ਵੀ ਉਹੀ ਹੈ, ਜੋ ਉਹਦੇ ਬੈਗ ਪਏ ਨੇ ਉਹ ਵੀ ਉੱਥੇ ਹੀ ਪਏ ਨੇ, ਨਾ ਉਹ ਦੂਰ ਗਏ ਨਾ ਨੇੜੇ ਗਏ। ਤਾਂ ਜੇ ਟ੍ਰੇਨ ਦੇ ਸਮਾਨ ਦੇ ਹਿਸਾਬ ਨਾਲ ਦੇਖੀਏ ਜਾਂ ਪੈਸੰਜਰਾਂ ਦੇ ਹਿਸਾਬ ਨਾਲ ਦੇਖੀਏ ਤਾਂ ਪੈਸੰਜਰ ਆਪਸ 'ਚ ਕੀ ਨੇ, ਰੈਸਟ 'ਚ ਨੇ। ਪਰ ਜੇ ਟ੍ਰੇਨ ਤੋਂ ਨਿਗਾਹ ਬਾਹਰ ਮਾਰੀਏ, ਆਪਾਂ ਦਰਖਤਾਂ ਨੂੰ ਦੇਖੀਏ, ਖੇਤਾਂ ਨੂੰ ਦੇਖੀਏ, ਘਰਾਂ ਨੂੰ ਦੇਖੀਏ, ਤਾਂ ਉਹਨਾਂ ਦੇ ਮੁਕਾਬਲੇ ਉਹ ਪੈਸੰਜਰ ਕਾਹਦੇ ਵਿੱਚ ਨੇ, ਮੋਸ਼ਨ 'ਚ ਨੇ। ਇਹਦਾ ਮਤਲਬ ਆਪਾਂ ਕਿਸੇ ਚੀਜ਼ ਨੂੰ ਇਹ ਨਹੀਂ ਕਹਿ ਸਕਦੇ ਕਿ ਉਹ ਰੈਸਟ 'ਚ ਹੈ ਜਾਂ ਮੋਸ਼ਨ 'ਚ ਹੈ, ਜਦ ਤੱਕ ਆਪਾਂ ਇਹ ਨਹੀਂ ਦੱਸਦੇ ਵੀ ਕਿਹਦੇ ਮੁਕਾਬਲੇ ਰੈਸਟ ਜਾਂ ਮੋਸ਼ਨ। ਜਿਵੇਂ ਹੁਣ ਆਪਾਂ ਧਰਤੀ ਤੇ ਹਾਂ, ਠੀਕ ਹੈ, ਧਰਤੀ ਤੇ ਸਾਰੇ ਬੰਦੇ ਆ ਜਿਹੜੇ, ਮੰਨ ਲਓ ਆਪਾਂ ਦੋ ਬੰਦੇ ਬੈਠੇ ਨੇ ਧਰਤੀ ਦੇ ਉੱਪਰ, ਕੁਰਸੀ ਤੇ ਬੈਠੇ ਨੇ, ਸਵੇਰ ਦੇ 10 ਵਜੇ ਦੇ 12 ਵੱਜ ਗਏ, ਤਾਂ ਆਪਾਂ ਕਹਾਂਗੇ ਰੈਸਟ 'ਚ ਨੇ। ਪਰ ਜੇ ਮੈਂ ਉਹਨੂੰ ਕੰਪੇਅਰ ਕਰਾਂ ਸੂਰਜ ਦੇ ਨਾਲ, ਤਾਂ ਆਪਾਂ ਨੂੰ ਪਤਾ ਧਰਤੀ ਸੂਰਜ ਦੁਆਲੇ ਘੁੰਮਦੀ ਹੈ, ਕਹਿੰਦਾ ਮਤਲਬ ਉਹ ਦੋਨੇ ਬੰਦੇ ਵੀ ਧਰਤੀ ਦੇ ਨਾਲ ਘੁੰਮ ਰਹੇ ਨੇ, ਤਾਂ ਸੂਰਜ ਦੇ ਮੁਕਾਬਲੇ ਕਾਹਦੇ ਵਿੱਚ ਨੇ, ਉਹ ਮੋਸ਼ਨ 'ਚ ਨੇ, ਠੀਕ ਹੈ। ਤਾਂ ਇਸੇ ਕਰਕੇ ਆਪਾਂ ਕਹਿੰਦੇ ਹਾਂ ਰੈਸਟ ਐਂਡ ਮੋਸ਼ਨ ਆਰ ਦਾ ਰਿਲੇਟਿਵ ਟਰਮਸ। ਉਮੀਦ ਕਰਦਾ ਤੁਹਾਨੂੰ ਸਮਝ ਆ ਗਿਆ ਹੋਊਗਾ। ਹੁਣ ਇਹ ਅੱਗੇ ਜਿਹੜੇ ਟਰਮਾਂ ਨੇ ਬਹੁਤ ਛੋਟੀਆਂ ਨੇ, ਸਿਰਫ ਸਮਝਣ ਵਾਸਤੇ ਨੇ। ਜੋ ਵੀ ਲਿਖਣ ਵਾਲਾ ਕੰਮ ਹੈ ਤੁਹਾਨੂੰ ਮੈਂ ਭੇਜੂਗਾ ਵੀ ਕੀ ਤੁਸੀਂ ਲਿਖਣਾ, ਉਹ ਉਹਨਾਂ ਤੁਸੀਂ ਤਾਰ ਲੈਣਾ। ਹਾਂਜੀ, ਅੱਗੇ ਸਾਡੇ ਕੋਲੇ ਮੋਸ਼ਨ ਕਿੰਨੇ ਤਰ੍ਹਾਂ ਦਾ ਹੁੰਦਾ ਹੈ, ਮੋਸ਼ਨ ਕਿੰਨੇ ਤਰ੍ਹਾਂ ਦਾ ਹੁੰਦਾ ਹੈ? ਤਾਂ ਸਾਡੇ ਕੋਲੇ 3 ਤਰ੍ਹਾਂ ਦਾ ਮੋਸ਼ਨ ਦੀ ਗੱਲ ਕੀਤੀ ਗਈ ਹੈ। ਪਹਿਲਾ ਹੈਗਾ ਰੈਕਟੀਲੀਨੀਅਰ, ਰੈਕਟੀਲੀਨੀਅਰ ਮੋਸ਼ਨ, ਰੈਕਟੀਲੀਨੀਅਰ ਮੋਸ਼ਨ। ਦੂਜਾ ਹੈਗਾ ਸਾਡੇ ਕੋਲੇ ਰੋਟੇਟਰੀ ਮੋਸ਼ਨ, ਤੇ ਤੀਜਾ ਸਾਡੇ ਕੋਲ ਹੈਗਾ ਵਾਈਬ੍ਰੇਟਰੀ ਮੋਸ਼ਨ। ਇਹ ਕੀ ਚੀਜ਼ ਹੈ? ਇਹ ਮੋਸ਼ਨ ਦੇ 3 ਟਾਈਪਸ ਨੇ। ਪਹਿਲਾ ਰੈਕਟੀਲੀਨੀਅਰ, ਤੇ ਜਿਹੜਾ ਰੈਕਟੀਲੀਨੀਅਰ ਹੈ ਇਹਨੂੰ ਇੱਕ ਦਾ ਨਾਮ ਹੋਰ ਵੀ ਹੈ ਟ੍ਰਾਂਸਲੇਸ਼ਨਰੀ ਮੋਸ਼ਨ, ਰੈਕਟੀਲੀਨੀਅਰ ਜਾਂ ਟ੍ਰਾਂਸਲੇਸ਼ਨਰੀ। ਤਾਂ ਇਹ ਆਪਾਂ ਕਦੋਂ ਕਹਿੰਦੇ ਆ? ਇਹ ਆਪਾਂ ਉਦੋਂ ਕਹਿੰਦੇ ਕਿ ਜਦੋਂ ਕੋਈ ਬੋਡੀ ਇੱਕ ਸਿੱਧੇ ਰਸਤੇ ਤੇ ਮੂਵ ਕਰਦੀ ਹੈ, ਜਿਵੇਂ ਸਿੱਧੀ ਸੜਕ ਹੈ, ਉਹਦੇ ਉੱਪਰ ਇੱਕ ਸਾਈਕਲ ਸਿੱਧਾ ਚੱਲਿਆ ਜਾ ਰਿਹਾ ਹੈ, ਠੀਕ ਹੈ। as a motion in which body which is not a point mass is moving such that all the constituent particles move simultaneously along the parallel straight line and shift through the equal distance in the equal time। ਕੀ ਮਤਲਬ? ਕਹਿੰਦਾ ਇਹ ਉਹ ਮੋਸ਼ਨ ਹੈ ਜਿਹਦੇ ਵਿੱਚ ਇੱਕ ਬੋਡੀ ਜਿਹੜੀ ਪੁਆਇੰਟ ਮਾਸ ਨਹੀਂ ਹੈਗੀ। ਹੁਣ ਇਹ ਪੁਆਇੰਟ ਮਾਸ ਦਾ ਮਤਲਬ, ਪੁਆਇੰਟ ਮਾਸ ਨੂੰ ਆਪਾਂ ਕਹਿੰਦੇ ਕਿ ਜਿਹੜਾ ਬਹੁਤ ਛੋਟਾ ਹੋਵੇ, ਠੀਕ ਹੈ। ਜਿਵੇਂ ਮੈਂ ਪੁਆਇੰਟ ਮਾਸ ਨਹੀਂ ਹੈਗਾ, ਮੈਂ ਇੱਕ ਡੈਫੀਨਿਟ ਸ਼ੇਪ ਜਾਂ ਸਾਈਜ਼ ਦੀ ਬੋਡੀ ਆ, ਮੇਰੇ 'ਚ ਆਹ ਪੁਆਇੰਟ ਹੋ ਰਿਹਾ, ਆਹ ਵਾਲਾ ਪੁਆਇੰਟ ਹੋ ਰਿਹਾ, ਆਹ ਵਾਲਾ ਪੁਆਇੰਟ ਹੋ ਰਿਹਾ, ਆਹ ਵਾਲਾ ਪੁਆਇੰਟ ਹੋ ਰਿਹਾ, ਠੀਕ ਹੈ। ਜਿਵੇਂ ਇੱਕ ਟਰੱਕ ਲਾ ਲਓ, ਇਹ ਪੁਆਇੰਟ ਸਾਈਜ਼ ਨਹੀਂ ਹੈਗਾ, ਟਰੱਕ ਵੱਡਾ ਹੈ, ਉਹਦਾ ਮੂੰਹ ਤੇ ਪਿਛਲਾ ਜਿਹੜਾ ਪਾਸਾ ਡਾਲਾ ਉਹ 'ਚ ਕਿੰਨਾ ਡਿਫਰੈਂਸ ਆ, ਆਪਸ 'ਚ ਬਹੁਤ ਫਰਕ ਹੈ। ਪਰ ਜਦੋਂ ਚੱਲਦਾ ਟਰੱਕ ਐ ਤਾਂ ਨਹੀਂ ਹੁੰਦਾ ਕਿ ਮੂੰਹ 10 ਕਿਲੋਮੀਟਰ ਚਲਾ ਗਿਆ, ਪਰ ਮੂੰਹ ਤਾਂ ਚਲਾ ਗਿਆ 11 ਕਿਲੋਮੀਟਰ ਤੇ ਡਾਲਾ ਪਿੱਛੇ 9 ਕਿਲੋਮੀਟਰ ਚੱਲਿਆ, ਨਹੀਂ। ਜੇ ਟਰੱਕ ਦਾ ਅਗਲਾ ਹਿੱਸਾ ਜਿਹੜਾ ਹੈ, ਟਰੱਕ ਦਾ ਅਗਲਾ ਹਿੱਸਾ ਜੇਕਰ ਜਿੰਨਾ ਡਿਸਟੈਂਸ ਟਰੱਕ ਦਾ ਅਗਲਾ ਹਿੱਸਾ ਚੱਲਿਆ ਉਨਾ ਹੀ ਡਿਸਟੈਂਸ ਜੇ ਜਿੰਨਾ ਡਿਫਰੈਂਸ ਉਰੇ ਸੀ ਉਨਾ ਹੀ ਡਿਫਰੈਂਸ ਉਰੇ। ਤਾਂ ਜਿੰਨੇ ਵੀ ਇਹਦੇ ਪੁਆਇੰਟ ਨੇ, ਇੱਕ ਆਹ ਪੁਆਇੰਟ ਆ, ਮੰਨ ਲਓ ਇੱਕ ਆਹ ਪੁਆਇੰਟ ਹੈ,
ਇਹ ਬਰਾਬਰ ਹੀ ਗਏ ਨੇ ਤੇ ਇਹਨਾਂ 'ਚ ਆ ਡਿਫਰੈਂਸ ਕੀ ਹੈ, ਪੈਰਲਲ ਹੈ। ਇਹ ਪੁਆਇੰਟ ਨੇੜੇ ਦੂਰ ਨਹੀਂ ਹੋਏ ਕਿਤੇ ਵੀ, ਪੈਰਲਲ ਹੀ ਚੱਲੇ ਨੇ ਤੇ ਬਰਾਬਰ ਡਿਸਟੈਂਸ ਤੈਅ ਕੀਤਾ। ਕਹਿੰਦਾ ਜਦੋਂ ਕੋਈ ਬਾਡੀ ਜਿਹੜੀ ਹੈਗੀ ਹੈ ਸਟ੍ਰੇਟ ਪਾਥ ਤੇ ਚੱਲਦੀ ਹੈ, ਉਹ ਪੁਆਇੰਟ ਮਾਸ ਨਹੀਂ ਹੈਗੀ, ਉਹਦੇ ਸਾਰੇ ਪੁਆਇੰਟ ਪੈਰਲਲ ਲਾਈਨਾਂ ਦੇ ਚੱਲਦੇ ਨੇ ਤੇ ਸਾਰੇ ਹੀ ਬਰਾਬਰ ਡਿਸਟੈਂਸ ਤੈਅ ਕਰਦੇ ਨੇ, ਉਹਨੂੰ ਆਪਾਂ ਬੋਲਦੇ ਆ ਰੈਕਟੀਲੀਨੀਅਰ ਮੋਸ਼ਨ। ਠੀਕ ਹੈ, ਰੈਕਟੀਲੀਨੀਅਰ ਮੋਸ਼ਨ। ਇਹਨੂੰ ਆਪਾਂ ਇਹ ਸਮਝ ਲਓ ਕਿ ਜਦੋਂ ਕੋਈ ਬਾਡੀ ਵੱਡੀ ਬਾਡੀ ਜਿਹੜੀ ਰਿਜਿਡ ਹੋਵੇ, ਰਿਜਿਡ ਮਤਲਬ ਉਹਦੀ ਸ਼ੇਪ ਜਾਂ ਸਾਈਜ਼ ਬਦਲਦਾ ਨਾ ਹੋਵੇ ਬਾਰ-ਬਾਰ। ਠੀਕ ਹੈ, ਤਾਂ ਟਰੱਕ ਹੈ, ਇਹਦਾ ਸ਼ੇਪ ਸਾਈਜ਼ ਬਦਲਦਾ ਨਹੀਂ, ਜਿੰਨਾ ਇਹਦਾ ਮੂਹਰਲਾ ਪਾਸਾ ਚੱਲਿਆ ਉਨਾ ਇਹਦਾ ਪਿਛਲਾ ਪਾਸਾ ਚੱਲੇ, ਬਸ ਉਹ ਮੂਹਰਾ ਪਹਿਲਾਂ ਵੀ ਮੂਹਰੇ ਸੀਗਾ, ਪਿਛਲਾ ਹੁਣ ਵੀ ਪਿੱਛੇ। ਠੀਕ ਹੈ, ਪਰ ਮੂਵ ਤਾਂ ਉਹਨੇ ਹੀ ਕੀਤਾ, ਤੇ ਸਾਰੀ ਦੀ ਸਾਰੀ ਬਾਡੀ ਇਕੱਠੀ ਮੂਵ ਕੀਤੀ ਹੈ, ਇਹਨੂੰ ਬੋਲਾਂਗੇ ਆਪਾਂ ਰੈਕਟੀਲੀਨੀਅਰ ਮੋਸ਼ਨ। ਦੂਜਾ ਹੈਗਾ ਸਾਡੇ ਕੋਲ ਸਰਕੂਲੇਟਰੀ ਮੋਸ਼ਨ, ਜਿਹਨੂੰ ਆਪਾਂ ਰੋਟੇਟਰੀ ਮੋਸ਼ਨ ਵੀ ਕਹਿ ਦਿੰਦੇ ਆ। is that motion in which a body which is not a point mass is moving such that all its constituent particles move simultaneously along the concentric circles whose center lie on the line and called the axis of rotation। ਕੀ ਮਤਲਬ, ਹੁਣ ਇੱਕ ਬਾਡੀ ਹੈ, ਮੰਨ ਲਓ ਇੱਕ ਮੈਂ ਇਸ ਧਾਗੇ ਨਾਲ ਕੀ ਬੰਨੀ ਹੋਈ ਹੈ, ਗੇਂਦ ਬੰਨੀ ਹੋਈ ਹੈ। ਠੀਕ ਹੈ, ਹੁਣ ਜਦੋਂ ਮੈਂ ਗੇਂਦ ਨੂੰ ਘੁਮਾਉਂਗਾ ਤਾਂ ਬਾਡੀ ਇਹ ਪੁਆਇੰਟ ਮਾਸ ਨਹੀਂ ਹੈਗੀ ਪਹਿਲੀ ਗੱਲ ਤਾਂ ਇਹਦੇ 'ਚ ਮੰਨ ਲਓ ਇੱਕ ਪੁਆਇੰਟ ਆ ਹੈ, ਇੱਕ ਪੁਆਇੰਟ ਆ ਹੈ। ਹੁਣ ਇਹ ਪੁਆਇੰਟ ਵੀ ਹੈ ਗੋਲ 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 ਘੁੰਮੇ ਤੇ ਆਹ ਵਾਲਾ ਪੁਆਇੰਟ ਵੀ ਕੀ ਹੋਇਆ, ਗੋਲ ਗੋਲ ਘੁੰਮੇ। ਤਾਂ ਦੋਨਾਂ ਜਿਹੜੇ ਦੋਨੇ ਚੱਕਰ ਬਣੇ ਨੇ, ਦੋਨਾਂ ਦਾ ਜਿਹੜਾ ਸੈਂਟਰ ਹੈ ਉਹ ਇੱਥੇ ਹੈ, ਇੱਥੇ। ਤਾਂ ਆ ਜਿਹੜੇ ਵਿਚਾਲੇ ਇੱਕ ਲਾਈਨ ਆਪਾਂ ਮੰਨ ਲੈਂਦੇ, ਵੈਸੇ ਲਾਈਨ ਕੋਈ ਹੈ ਨਹੀਂ ਗੀ, ਇਹਨੂੰ ਬੋਲਾਂਗੇ ਐਕਸਿਸ। ਜਿਹਦੇ